ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ, ਅੱਜ ਅਸੀਂ ਲੈਸਨ ਨੰਬਰ 9 ਲੋਕਤੰਤਰ ਦੇ ਇਤਿਹਾਸ, ਵਿਕਾਸ ਤੇ ਵਿਸਥਾਰ ਬਾਰੇ ਪੜ੍ਹਾਂਗੇ। ਇਸ ਚੈਪਟਰ ਵਿੱਚ ਬੇਟਾ ਤੁਸੀਂ ਪ੍ਰਾਚੀਨ, ਮੱਧ ਕਾਲ ਤੇ ਆਧੁਨਿਕ ਕਾਲ ਬਾਰੇ ਪੜ੍ਹਿਆ ਵੀ ਕਿਵੇਂ ਲੋਕਤੰਤਰ ਜਿਹੜਾ ਸੀ ਦੇ ਅੰਸ਼ ਥੋੜ੍ਹੇ ਬਹੁਤ ਜਿਹੜੇ ਉਸ ਸਮੇਂ 'ਚ ਪਾਏ ਜਾਂਦੇ। ਨੈਕਸਟ ਟੌਪਿਕ ਹੈ ਲੋਕਤੰਤਰ ਦਾ ਸੁਨਹਿਰੀ ਯੁੱਗ। 20ਵੀਂ ਸਦੀ ਨੂੰ ਬੇਟਾ ਲੋਕਤੰਤਰ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਕਿਉਂਕਿ ਜਿਹੜਾ ਫਸਟ ਵਰਲਡ ਵਾਰ ਸੀ ਨਾ, ਉਹ ਜਿਹੜਾ ਹੀ ਲੋਕਤੰਤਰ ਦੀ ਰੱਖਿਆ ਤੇ ਆਤਮ ਨਿਰਣੇ ਦੇ ਸਿਧਾਂਤ ਲਈ ਲੜਿਆ। ਭਾਵ ਆਪਣੇ ਆਤਮ ਨਿਰਭਰ ਲਈ, ਆਪਣੇ ਜਿਹੜਾ ਦੇਸ਼ ਸੀ ਉਹਨਾਂ ਨੇ ਆਪਣੇ ਦੇਸ਼ ਦੀ ਸੁਰੱਖਿਆ ਲਈ ਤੇ ਆਤਮ ਨਿਰਣੇ ਮਤਲਬ ਆਪਣੇ ਫੈਸਲੇ ਖੁਦ ਲੈਣ ਦੇ ਅਧਿਕਾਰ ਦੇ ਲਈ ਇਹ ਯੁੱਧ ਜਿਹੜਾ ਸੀ ਹੋਇਆ ਸੀ। ਤੇ ਜਦੋਂ ਫਸਟ ਵਰਲਡ ਵਾਰ ਬੇਟਾ ਖਤਮ ਹੋਈ ਤੇ ਬਹੁਤ ਸਾਰੇ ਦੇਸ਼ ਜਿਹੜੇ ਹੀ ਉਹ ਨਵੇਂ ਉੱਭਰ ਕੇ ਸੁਤੰਤਰ ਰੂਪ ਵਿੱਚ ਸਾਹਮਣੇ ਆਏ, ਜਿਨ੍ਹਾਂ ਨੇ ਲੋਕਤੰਤਰ ਨੂੰ ਅਪਣਾਇਆ। ਠੀਕ ਹੈ, ਤੇ ਉਹਨਾਂ ਦੇਸ਼ਾਂ ਨੇ ਵੀ ਲੋਕਤੰਤਰ ਨੂੰ ਅਪਣਾਇਆ ਜਿਹੜੇ ਕਿਸੇ ਦੂਜੇ ਦੇਸ਼ਾਂ ਦੇ ਸ਼ੋਸ਼ਣ ਦਾ ਸ਼ਿਕਾਰ ਰਹੇ, ਭਾਵ ਗੁਲਾਮ ਰਹੇ। ਜਦੋਂ ਉਹ ਦੇਸ਼ ਆਪਣੇ ਉਹਨਾਂ ਸ਼ਾਸਕਾਂ ਤੋਂ, ਉਹਨਾਂ ਦੇਸ਼ਾਂ ਤੋਂ ਸੁਤੰਤਰ ਹੋਏ ਤੇ ਉਹਨਾਂ ਨੇ ਬੇਟਾ ਦੇਸ਼ ਦੇ ਲੋਕਤੰਤਰ ਪ੍ਰਣਾਲੀ ਨੂੰ ਅਪਣਾਇਆ। ਉਸ ਸਮੇਂ ਲੋਕਤੰਤਰ ਪ੍ਰਣਾਲੀ ਬੜੀ ਤੇਜ਼ੀ ਨਾਲ ਫੈਲ ਰਹੀ ਸੀ, ਪਰ ਫਸਟ ਵਰਲਡ ਵਾਰ ਤੋਂ ਬਾਅਦ ਬੇਟਾ ਸੰਸਾਰ ਜਿਹੜਾ ਹੀ ਦੋ ਗੁੱਟਾਂ 'ਚ ਵੰਡਿਆ ਗਿਆ ਸੀ। ਠੀਕ ਹੈ, ਉਸ ਸਮੇਂ ਬੇਟਾ ਫਾਸੀਵਾਦੀ ਤੇ ਨਾਜ਼ੀਵਾਦ ਦੋ ਲਹਿਰਾਂ ਉੱਠੀਆਂ। ਫਾਸੀਵਾਦ ਜਿਹੜੀ ਸੀ ਬੇਟਾ ਉਹ ਇਟਲੀ ਦੇ ਵਿੱਚ, ਤੇ ਨਾਜ਼ੀਵਾਦ ਜਿਹੜਾ ਸੀ, ਜਿਹਨੂੰ ਨਸਲਵਾਦ ਵੀ ਕਿਹਾ ਜਾਂਦਾ, ਉਹ ਜਰਮਨੀ ਦੇ ਵਿੱਚ ਸਥਾਪਿਤ ਹੋਈ। ਇਹਨਾਂ ਦੋਵਾਂ ਸ਼ਕਤੀਆਂ ਦੀ ਆਪਸੀ ਖਿੱਚੋਤਾਣ ਦੇ ਕਾਰਨ, ਇਹਨਾਂ ਦੋਵਾਂ ਦੀਆਂ ਆਪਸੀ ਵਿਚਾਰਧਾਰਾਵਾਂ ਦੇ ਕਾਰਨ ਵੀ ਜਿਹੜਾ ਲੋਕਤੰਤਰ ਸੀ ਉਸ ਨੂੰ ਇੱਕ ਵਾਰ ਫਿਰ ਰੋਕ ਲੱਗ ਗਈ ਵਿਕਾਸ ਦੇ ਵਿੱਚ। ਦੋਵੇਂ ਜਿਹੜੀਆਂ ਸ਼ਕਤੀਆਂ ਸੀ ਇਹ ਤਾਨਾਸ਼ਾਹੀ ਦੇ ਹੱਕ ਵਿੱਚ ਹੀ। ਠੀਕ ਹੈ, ਤੇ ਇਹਨਾਂ ਦੀ ਆਪਸੀ ਖਿੱਚੋਤਾਣ ਦਾ ਨਤੀਜਾ ਕੀ ਹੋਇਆ ਕਿ ਸੈਕਿੰਡ ਵਰਲਡ ਵਾਰ ਸ਼ੁਰੂ ਹੋ ਗਈ। ਸੈਕਿੰਡ ਵਰਲਡ ਵਾਰ ਰਹੀ ਹੈ 1939 ਤੋਂ 1939 ਤੋਂ ਲੈ ਕੇ ਬੇਟਾ 1945 ਤੱਕ ਸੈਕਿੰਡ ਵਰਲਡ ਵਾਰ ਚੱਲੀ। ਠੀਕ ਹੈ, ਤੇ ਉਸ ਸਮੇਂ ਜਿਹੜੀ ਹੀ ਲੋਕਤੰਤਰ ਦੀ ਪ੍ਰਣਾਲੀ ਵਿੱਚ ਖੜੋਤ ਆ ਗਈ। ਇਸੇ ਤਰ੍ਹਾਂ ਹੀ ਸੈਕਿੰਡ ਵਰਲਡ ਵਾਰ ਤੋਂ ਬਾਅਦ ਏਸ਼ੀਆ, ਅਫਰੀਕਾ ਮਹਾਂਦੀਪ, ਠੀਕ ਹੈ, ਇਹਨਾਂ ਨੇ ਵੀ ਬਹੁਤ ਸਾਰੇ ਦੇਸ਼ਾਂ ਨੇ, ਇਹਨਾਂ ਕੰਟੀਨੈਂਟ ਦੇ ਬਹੁਤ ਸਾਰੇ ਦੇਸ਼ ਜਿਹੜੇ ਸੀ ਉਹਨਾਂ ਨੇ ਆਜ਼ਾਦੀ ਪ੍ਰਾਪਤ ਕੀਤੀ। ਇਹਨਾਂ ਵਿੱਚੋਂ ਹੀ ਇੱਕ ਸਾਡਾ ਦੇਸ਼ ਸੀ ਏਸ਼ੀਆ ਦੇ ਵਿੱਚ ਕੰਟੀਨੈਂਟ 'ਚ, ਜਿਹੜਾ ਕਿ ਅੰਗਰੇਜ਼ਾਂ ਦੇ ਗੁਲਾਮ ਰਿਹਾ ਹੈ। ਤੇ ਬੇਟਾ ਭਾਰਤ ਵੀ ਜਿਹੜਾ ਸੀ ਉਹਨੂੰ ਵੀ ਆਜ਼ਾਦੀ ਪ੍ਰਾਪਤ ਹੋਈ। ਤੇ ਇੰਡੀਆ ਵਿੱਚ 1950 ਦੇ ਵਿੱਚ ਲੋਕਤੰਤਰੀ ਗਣਰਾਜ ਦਾ ਦੇਸ਼ ਬਣਿਆ। ਭਾਵ ਕਿ ਜੇ ਦੇਸ਼ ਦੀ ਵੰਡ ਤੇ 1947 'ਚ ਹੋ ਗਈ, ਪਰ ਉਸ ਸਮੇਂ ਬੇਟਾ ਦੇਸ਼ ਵਿੱਚ ਜਿਹੜੇ ਕਾਨੂੰਨ ਵਿਵਸਥਾ ਸੀ ਨਾ, ਉਹ ਅੰਗਰੇਜ਼ੀ ਸ਼ਾਸਨ ਪ੍ਰਣਾਲੀ ਦੇ ਅਕੋਰਡਿੰਗ ਸੀ। ਇਸ ਲਈ ਪੂਰਨ ਤੌਰ 'ਤੇ ਸੁਤੰਤਰ ਹੋਣ ਦੇ ਲਈ ਭਾਰਤੀਆਂ ਨੇ ਬੇਟਾ ਸੰਵਿਧਾਨ ਦੀ ਰਚਨਾ ਕੀਤੀ। ਠੀਕ ਹੈ, ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਤੇ ਉਸ ਸਮੇਂ ਤੋਂ ਹੀ ਭਾਰਤ ਜਿਹੜਾ ਸੀ ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣਿਆ। ਤੇ ਜਦੋਂ ਪਾਰਟੀਸ਼ਨ ਹੋਈ ਹੀ, ਭਾਰਤ ਨੂੰ ਆਜ਼ਾਦੀ ਮਿਲੀ, ਉਸ ਸਮੇਂ ਪਾਰਟੀਸ਼ਨ ਹੋ ਗਈ ਇੰਡੀਆ ਤੇ ਪਾਕਿਸਤਾਨ ਦੇ ਵਿੱਚ। ਇੰਡੀਆ ਵਿੱਚ ਲੋਕਤੰਤਰ ਜਿਹੜਾ ਉਹ ਸਫਲਤਾਪੂਰਵਕ ਚੱਲ ਰਿਹਾ ਹੈ, ਪਰ ਬੇਟਾ ਪਾਕਿਸਤਾਨ ਦੇ ਵਿੱਚ ਲੋਕਤੰਤਰ ਜਿਹੜਾ ਸੀ ਉਹ ਸਹੀ ਤਰੀਕੇ ਨਾਲ ਨਹੀਂ ਚੱਲਿਆ। ਭਾਵ ਕਿ ਉੱਥੇ ਜਿਹੜੀ ਹੀ ਫੌਜੀ ਕਾਰਵਾਈ ਕਹਿ ਲਓ, ਸੈਨਿਕ ਸ਼ਕਤੀ ਜਿਹੜੀ ਉਹ ਉੱਭਰ ਕੇ ਸਾਹਮਣੇ ਆਈ। ਤੇ ਪਹਿਲਾਂ ਜਨਰਲ ਆਯੂਬ ਖਾਨ, ਉਹ ਬੇਟਾ 1958 ਤੋਂ 1968 ਤੱਕ ਸੈਨਿਕ ਤਾਨਾਸ਼ਾਹੀ ਸਥਾਪਿਤ ਕੀਤੀ, ਭਾਵ ਕਿ ਸੈਨਾ ਦਾ ਰਾਜ ਰਿਹਾ। ਠੀਕ ਹੈ, ਤਾਨਾਸ਼ਾਹ ਰਾਜ ਹੀ। ਇਸੇ ਤਰ੍ਹਾਂ ਮੁੜ ਕੇ ਪਰਵੇਜ਼ ਮੁਸ਼ਰਫ ਜਨਰਲ ਜਿਹੜਾ ਸੀ 1999 ਵਿੱਚ, ਉਹਨੇ ਵੀ ਤਖਤਾ ਪਲਟ ਦਿੱਤਾ ਸੀ। ਭਾਵ ਕਿ ਸ਼ਾਸਨ ਪ੍ਰਬੰਧ ਨੂੰ ਰਾਤੋਂ ਰਾਤ ਜਿਹੜਾ ਲੋਕਤੰਤਰ ਸੀ ਉਹਨੂੰ ਖਤਮ ਕਰਕੇ ਆਪਣੀ ਸਾਰੀ ਸ਼ਾਸਨਿਕ ਸੱਤਾ ਜਿਹੜੀ ਉਹਨੇ ਆਪਣੇ ਹੱਥ ਵਿੱਚ ਲੈ ਲਈ। ਠੀਕ ਹੈ, ਤੇ ਇਸੇ ਤਰ੍ਹਾਂ ਹੀ ਇੰਡੋਨੇਸ਼ੀਆ ਵਿੱਚ ਵੀ ਸਰਕਾਰ ਨੂੰ ਜਿਹੜਾ ਸੀ ਉਹਨੇ ਵੀ ਲੋਕਤੰਤਰ
ਸਥਾਪਿਤ ਕੀਤਾ ਸੀ, ਪਰ ਸ਼ਕਤੀ ਜ਼ਿਆਦਾ ਜਿਹੜੀ ਉਹਦੇ ਹੱਥ ਵਿੱਚ ਸੀ। ਕਹਿਣ ਦਾ ਭਾਵ ਕਿ ਇਹ ਸੁਨਹਿਰੀ ਯੁੱਗ 20ਵੀਂ ਸਦੀ ਵਿੱਚ ਸਟਾਰਟ ਤੇ ਹੋ ਗਿਆ ਸੀ। ਠੀਕ ਹੈ, ਲੋਕਤੰਤਰ ਪ੍ਰਣਾਲੀ ਨੂੰ ਬਹੁਤ ਸਾਰੇ ਦੇਸ਼ ਅਪਣਾ ਰਹੇ ਸੀ, ਪਰ ਫਿਰ ਵੀ ਹੌਲੀ ਹੌਲੀ ਜਿਹੜੀ ਵਿਕਾਸ ਦੀ ਪ੍ਰਕਿਰਿਆ ਸੀ ਧੀਮੀ ਹੋ ਗਈ, ਕਿਤੇ ਖੜੋਤ ਆ ਗਈ, ਕਿਤੇ ਫਿਰ ਚੱਲ ਗਈ। ਠੀਕ ਹੈ, ਇਸੇ ਤਰ੍ਹਾਂ ਹੀ ਲੋਕਤੰਤਰ ਦੇ ਵਿਕਾਸ ਅਤੇ ਵਿਸਤਾਰ ਵੱਲ ਵੱਧਦੇ ਕਦਮ, ਜਿਹਦੇ ਵਿੱਚ ਆਪਾਂ ਹੁਣੇ ਗੱਲ ਕਰਦੇ ਹਾਂ ਕਿ ਖੜੋਤ ਆਉਂਦੀ ਆ ਫਿਰ ਚੱਲ ਪੈਂਦਾ ਹੈ, ਇੱਦਾਂ ਹੌਲੀ ਹੌਲੀ ਪ੍ਰਕਿਰਿਆ ਜਿਹੜੀ ਹੈ ਚੱਲਦੀ ਗਈ। ਅਤੇ ਇਸੇ ਤਰ੍ਹਾਂ ਹੀ ਲੋਕਤੰਤਰ ਦੇ ਵਿਕਾਸ ਨੂੰ ਜਾਣਨ ਲਈ ਬੇਟਾ ਅਸੀਂ ਐਗਜ਼ਾਮਪਲਸ ਲਵਾਂਗੇ। ਜਿਵੇਂ ਸਭ ਤੋਂ ਪਹਿਲੇ ਨੰਬਰ 'ਤੇ ਹੀ ਐਗਜ਼ਾਮਪਲ ਲੈਂਦੇ ਚਿਲੀ ਦੇਸ਼ ਦੀ, ਜੋ ਕਿ ਦੱਖਣੀ ਅਮਰੀਕਾ ਦੇ ਵਿੱਚ ਹੈਗਾ ਹੈ। ਇੱਥੇ ਅਲੈਂਡੇ ਨਾਂ ਦਾ ਵਿਅਕਤੀ ਸੀ, ਜਿਹਨੇ ਇੱਕ ਪਾਰਟੀ ਬਣਾਈ ਸੀ ਸੋਸ਼ਲਿਸਟ ਨਾਂ ਦੀ। ਠੀਕ ਹੈ, ਇਸ ਪਾਰਟੀ ਨੇ ਰਾਸ਼ਟਰਪਤੀ ਦੀ ਇਲੈਕਸ਼ਨ ਵਾਸਤੇ ਜਿਹੜੀ ਇਲੈਕਸ਼ਨ ਹੋਈ ਅਤੇ ਇਲੈਕਸ਼ਨ ਦੇ ਵਿੱਚ ਇਹਨੂੰ ਜਿੱਤ ਜਿਹੜੀ ਪ੍ਰਾਪਤ ਹੋਈ, ਭਾਵ ਕਿ ਅਲੈਂਡੇ 1970 ਦੇ ਵਿੱਚ ਰਾਸ਼ਟਰਪਤੀ ਬਣਿਆ। ਜਦੋਂ ਬੇਟਾ ਇਹ ਰਾਸ਼ਟਰਪਤੀ ਬਣਿਆ ਨਾ, ਅਤੇ ਇਹਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ, ਜਿਵੇਂ ਗਰੀਬਾਂ ਦੇ ਲਈ ਜਾਂ ਸਿੱਖਿਆ ਦੇ ਪ੍ਰਬੰਧ ਵੱਲ ਸੁਧਾਰ ਕੀਤਾ, ਬੱਚਿਆਂ ਨੂੰ ਦੁੱਧ ਦੀ ਫਿਰ ਮੁਫਤ ਦੁੱਧ ਦੇਣਾ ਸ਼ੁਰੂ ਕੀਤਾ, ਜਾਂ ਉਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦਿੱਤਾ। ਜਿਨ੍ਹਾਂ ਲੋਕਾਂ ਕੋਲ ਜ਼ਮੀਨਾਂ ਨਹੀਂ ਸੀ ਹੈਗੀਆਂ ਉਹਨਾਂ ਨੂੰ ਜ਼ਮੀਨਾਂ ਦੀ ਵੰਡ ਕੀਤੀ। ਅਤੇ ਬਹੁਤ ਸਾਰੀਆਂ ਫੋਰਨ ਕੰਪਨੀਜ਼ ਇਹੋ ਜਿਹੀਆਂ ਜਿਹੜੀਆਂ ਉਹਨਾਂ ਦੇ ਕਹਿ ਲਓ ਕਿ ਦੇਸ਼ ਵਿੱਚ ਆ ਕੇ ਕੁਦਰਤੀ ਸਾਧਨਾਂ ਦੀ ਵਰਤੋਂ ਕਰਦੇ ਪਏ, ਉਹਨਾਂ ਦਾ ਵਿਰੋਧ ਕੀਤਾ ਹੈ। ਭਾਵ ਕਿ ਵਿਅਕਤੀ ਨੇ ਲੋਕਾਂ ਦੀ ਭਲਾਈ ਲਈ ਬਹੁਤ ਸਾਰਾ ਕੰਮ ਕੀਤਾ ਸੀ, ਪਰ ਫਿਰ ਵੀ ਬਹੁਤ ਸਾਰੇ ਬੇਟਾ ਅਮੀਰ ਲੋਕ ਜਾਂ ਚਰਚ ਦੇ ਸੀ ਜਿਨ੍ਹਾਂ ਨੇ ਇਹਦਾ ਵਿਰੋਧ ਕੀਤਾ ਹੈ। ਠੀਕ ਹੈ, ਅਤੇ 11 ਸਤੰਬਰ 1973 ਨੂੰ ਨਾ ਇੱਕ ਸਾਜ਼ਿਸ਼ ਦੇ ਤਹਿਤ ਅਲੈਂਡੇ ਨੂੰ ਗੱਦੀ ਛੱਡਣ ਲਈ ਮਜਬੂਰ ਕੀਤਾ ਸੀ ਕਿ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦੇ, ਪਰ ਬੇਟਾ ਉਹਨੇ ਅਸਤੀਫਾ ਨਹੀਂ ਦਿੱਤਾ। ਅਤੇ ਅਸਤੀਫਾ ਨਾ ਦੇਣ ਦੇ ਕਰਕੇ ਕੀ ਹੋਇਆ ਕਿ ਰਾਸ਼ਟਰਪਤੀ ਭਵਨ ਨੂੰ ਸੈਨਾ ਨੇ ਘੇਰ ਲਿਆ, ਹਮਲਾ ਕੀਤਾ, ਅਤੇ ਹਮਲੇ ਦੇ ਵਿੱਚ ਉਹਦੀ ਅਲੈਂਡੇ ਦੀ ਮੌਤ ਹੋ ਜਾਂਦੀ ਹੈ। ਅਤੇ ਜਦੋਂ ਅਲੈਂਡੇ ਦੀ ਮੌਤ ਹੋ ਗਈ, ਉਸ ਤੋਂ ਬਾਅਦ ਕੀ ਹੋਇਆ ਕਿ ਕਮਾਂਡਰ ਜਿਹੜਾ ਸੀ ਪਿਨੋਸ਼, ਉਹਦੇ ਹੱਥ ਸਾਰੀ ਸੱਤਾ ਆ ਜਾਂਦੀ ਹੈ, ਭਾਵ ਉਸ ਦੇਸ਼ ਦੀ ਵਾਗਡੋਰ ਉਹਦੇ ਹੱਥ ਆ ਗਈ। 17 ਸਾਲ ਉਸ ਵਿਅਕਤੀ ਨੇ ਚਿਲੀ ਦੇ ਉੱਪਰ ਕਬਜ਼ਾ ਕੀਤਾ, ਅਤੇ ਉਹਨੇ ਆਪਣੇ ਕਾਰਜਕਾਲ ਦੇ ਦੌਰਾਨ ਜਿਹੜੇ ਲੋਕਤੰਤਰ ਦੇ ਸਮਰਥਕ ਸੀ ਉਹਨਾਂ ਨੂੰ, ਜਾਂ ਜਿਨ੍ਹਾਂ ਨੇ ਜਦੋਂ ਸੈਨਿਕ ਸਾਜ਼ਿਸ਼ ਚੱਲਦੀ ਪਈ ਸੀ ਉਹਦੇ ਵਿੱਚ ਹਿੱਸਾ ਨਹੀਂ ਸੀ ਲਿਆ, ਠੀਕ ਹੈ, ਉਹਨਾਂ ਸਾਰੇ ਵਿਅਕਤੀਆਂ ਨੂੰ ਉਹਨੇ ਮੌਤ ਦੇ ਘਾਟ ਉਤਾਰ ਦਿੱਤਾ। ਇਸੇ ਤਰ੍ਹਾਂ ਹੀ ਬੇਟਾ ਹਵਾਈ ਸੈਨਾ ਦਾ ਇੱਕ ਕਮਾਂਡਰ ਸੀ ਜਨਰਲ ਐਲਬਰਟ ਬੈਚਲਰ, ਇਹਨੂੰ ਵੀ ਉਹਨੇ ਗ੍ਰਿਫਤਾਰ ਕਰ ਲਿਆ, ਅਤੇ ਇਹਦੀ ਲੜਕੀ ਸੀ ਮਿਸਲ, ਉਹਦੀ ਪਤਨੀ, ਸਾਰਿਆਂ ਨੂੰ ਇਹਨੇ ਕੈਦ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਹੈ। ਫਿਰ ਕੀ ਹੋਇਆ ਕਿ ਫਿਰ ਅਲੈਂਡੇ ਤੋਂ ਇਹਦੇ ਪਿਨੋਸ਼ ਤੋਂ ਬਾਅਦ ਚੱਲਦਾ ਸਮੇਂ ਦੇ ਵਿੱਚ ਹੀ ਉਹਨੇ ਕਿਹਾ ਜੀ ਇਹਨੇ ਆਪਣੇ ਟਾਈਮ ਦੇ ਦੌਰਾਨ ਹੀ ਉਹਨੇ ਕੋਸ਼ਿਸ਼ ਕੀਤੀ ਕਿ ਜਨਮਤ ਸੰਗ੍ਰਹਿ ਕਰਵਾਇਆ ਗਿਆ ਜਾਵੇ, ਕਿ ਜਨਤਾ ਦੀ ਰਾਏ ਲਈ ਜਾਵੇ, ਕਿਉਂਕਿ ਉਹਨੂੰ ਇਹ ਯਕੀਨ ਸੀ ਕਿ ਲੋਕ ਜਿਹੜੇ ਸੀ ਇਹਦੇ ਹੱਕ ਵਿੱਚ ਬੋਲਣਗੇ। ਪਰ ਬੇਟਾ ਲੋਕਾਂ ਨੂੰ ਜਿਹੜਾ ਸੀ ਉਹਨਾਂ ਨੇ ਉਲਟ ਕੀਤਾ, ਇਹਦਾ ਵਿਰੋਧ ਕੀਤਾ ਜਨਮਤ ਦੇ ਵਿੱਚ, ਅਤੇ ਦੁਬਾਰੇ ਚੋਣਾਂ ਕਰਾਉਣ ਦੇ ਲਈ ਉਹਨਾਂ ਨੇ ਕਿਹਾ। ਠੀਕ ਹੈ, ਅਤੇ ਜਦੋਂ ਪਿਨੋਸ਼ ਦੇ ਵਿਰੁੱਧ ਸਾਬਤ ਹੋਇਆ ਨਾ, ਅਤੇ ਗੱਦੀ ਛੱਡਣ ਲਈ ਪਿਨੋਸ਼ ਜਿਹੜਾ ਸੀ ਉਹ ਮਜਬੂਰ ਹੋ ਗਿਆ। ਸੈਨਿਕ ਸ਼ਕਤੀ ਜਿਹੜੀ ਸੀ ਉਹ ਖਤਮ ਹੋਣੀ ਸ਼ੁਰੂ ਹੋ ਗਈ, ਅਤੇ ਖਤਮ ਹੋਈ। ਅਤੇ ਇਸ ਤੋਂ ਬਾਅਦ ਬੇਟਾ ਜਦੋਂ ਜਿਹੜੀ ਪਿਨੋਸ਼ ਦੇ ਸ਼ਾਸਨ ਪ੍ਰਬੰਧ ਤੋਂ ਬਾਅਦ ਨਾ ਜਿਹੜਾ ਹਵਾਈ ਸੈਨਾ ਕਮਾਂਡਰ ਅਲਬਰਟੋ ਜਿਹੜਾ ਪਿੱਛੇ ਪੜਿਆ, ਉਹਦੀ ਪੁੱਤਰੀ ਮਿਸਲ ਜਿਹੜੀ ਸੀ ਉਹ ਦੇਸ਼ ਦੀ ਰਾਸ਼ਟਰਪਤੀ ਜਿਹੜੀ ਬਣ ਕੇ ਸਾਹਮਣੇ ਆਈ। ਠੀਕ ਹੈ, 2006 ਦੇ ਵਿੱਚ ਜਨਵਰੀ 2006 'ਚ ਚਿਲੀ ਦੀ ਰਾਸ਼ਟਰਪਤੀ ਬਣੀ ਸੀ ਉਹ। ਇੱਦਾਂ ਪੋਲੈਂਡ ਦੇ ਵਿੱਚ ਮੁੜ ਚਿਲੀ ਦੇ ਵਿੱਚ ਦੁਬਾਰੇ ਲੋਕਤੰਤਰ ਦੀ ਜਿਹੜੀ ਉਹ ਸਥਾਪਨਾ ਹੋਈ। ਇਸੇ ਤਰ੍ਹਾਂ ਹੀ ਸੈਕਿੰਡ ਐਗਜ਼ਾਮਪਲ ਲਵਾਂਗੇ ਪੋਲੈਂਡ ਦੇਸ਼ ਦੀ। ਪੋਲੈਂਡ ਜਿਹੜਾ ਸੀ 1980 ਵਿੱਚ ਪੋਲੈਂਡ ਦੇ ਵਿੱਚ ਨਾ ਪੋਲਿਸ਼ ਯੂਨਾਈਟਿਡ ਵਰਕਰਸ ਪਾਰਟੀ ਬਣਾਈ ਗਈ, ਉਹਦੀ ਸਰਕਾਰ ਸੀ। ਠੀਕ ਹੈ, ਬਹੁਤ ਸਾਰੇ ਦੇਸ਼ ਇਸ ਦਾ ਸਮਰਥਨ ਕਰਦੇ ਸੀ, ਅਤੇ ਕਿਸੇ ਹੋਰ ਪਾਰਟੀ ਦੀ ਬਣਾਉਣ ਦੀ ਇੱਥੇ ਮਨਾਹੀ ਸੀ, ਨਹੀਂ ਬਣਾ ਸਕਦਾ, ਪਾਬੰਦੀ। ਲੋਕ ਆਪਣੇ ਨੇਤਾਵਾਂ ਦੀ ਜਦੋਂ ਚੋਣ ਵੀ ਕਰਦੇ ਸੀ ਨਾ, ਅਤੇ ਬੇਟਾ ਉਹਨਾਂ ਨੂੰ ਪੂਰੀ ਆਜ਼ਾਦੀ ਨਹੀਂ ਸੀ ਕਿ ਉਹ ਆਪਣੀ ਮਰਜ਼ੀ ਨਾਲ ਵੋਟ ਪਾ ਕੇ ਇਹਨੂੰ ਸਰਕਾਰ ਬਣਾਉਣ। ਅਤੇ ਪੋਲੈਂਡ ਦੀ ਸਰਕਾਰ ਨੂੰ ਉਸ ਸਮੇਂ ਬੇਟਾ ਸੋਵੀਅਤ ਸੰਘ ਦਾ ਸਮਰਥਨ ਮਿਲਿਆ ਹੋਇਆ ਹੈ।
ਜਿਹਨੂੰ USSR ਕਹਿੰਦੇ ਨੇ। ਠੀਕ ਹੈ, 14 ਅਗਸਤ 1980 ਨੂੰ ਗਦਮਕ ਸ਼ਹਿਰ ਹੀ ਉੱਥੇ ਲੈਨਨ ਸ਼ਿਲਪਗਾਰ ਦੇ ਕਾਮਿਆਂ ਨੇ ਹੜਤਾਲ ਕੀਤੀ। ਉਹਦੇ ਵਿੱਚ ਇੱਕ ਔਰਤ ਸੀ, ਮਹਿਲਾ ਕ੍ਰੇਨ ਵਰਕਰ ਸੀ ਬੇਟਾ, ਉਹਨੂੰ ਨੌਕਰੀ ਤੋਂ ਵਾਪਸ ਲਿਆਉਣ ਦੇ ਲਈ ਕੀਤੀ ਗਈ ਸੀ ਹੜਤਾਲ। ਠੀਕ ਹੈ, ਅਤੇ ਕਾਮਿਆਂ ਨੇ ਕੀਤੀ ਸੀ, ਜੋ ਕਿ ਕੰਪਨੀ ਜਿਹੜੀ ਫੈਕਟਰੀ ਉਹ ਸਰਕਾਰ ਦੇ ਅਧੀਨ ਸੀ, ਅਤੇ ਉੱਥੋਂ ਦੀ ਜਿਹੜੀ ਕ੍ਰੇਨ ਇੱਕ ਮਹਿਲਾ ਅਧਿਕਾਰੀ ਸੀ ਉਹਨੂੰ ਨੌਕਰੀ ਤੋਂ ਕੱਢਿਆ ਗਿਆ ਸੀ ਅਤੇ ਉਹਨੂੰ ਵਾਪਸ ਬੁਲਾਉਣ ਦੇ ਲਈ ਕੀਤੀ ਗਈ। ਅਤੇ ਸਰਕਾਰ ਨੇ ਬੇਟਾ ਉਹਨੂੰ ਗੈਰ ਕਾਨੂੰਨੀ ਐਲਾਨ ਕਰ ਦਿੱਤਾ ਗਿਆ। ਕਿਉਂ ਕੀਤਾ ਗਿਆ? ਕਿਉਂਕਿ ਉਹਨਾਂ ਨੂੰ ਹੜਤਾਲ ਕਰਨ ਦੀ ਮਨਾਹੀ ਸੀ। ਨਾ ਤਾਂ ਉਹ ਆਪਣਾ ਸੰਘ ਬਣਾ ਸਕਦੇ, ਯੂਨੀਅਨ ਨਹੀਂ ਬਣਾ ਸਕਦੇ, ਅਤੇ ਨਾ ਹੀ ਉਹ ਆਪਣੀ ਹੜਤਾਲ ਕਰ ਸਕਦੇ। ਅਤੇ ਇਸੇ ਤਰ੍ਹਾਂ ਹੀ ਬੇਟਾ ਇਲੈਕਟ੍ਰੀਸ਼ੀਅਨ ਇੱਕ ਨਿਕਲਿਆ ਸੀ ਸ਼ਿਲਪਜਾੜ ਦੇ ਵਿੱਚੋਂ ਹੀ। ਠੀਕ ਹੈ, ਉਹਨੂੰ ਲੇਕ ਵਲੇਸਾ ਕਿਹਾ ਜਾਂਦਾ ਹੈ, ਅਤੇ ਉਹ ਹੜਤਾਲ ਦੇ ਵਿੱਚ ਸ਼ਾਮਲ ਹੋ ਗਿਆ ਹੈ। ਠੀਕ ਹੈ, ਅਤੇ ਲੇਕ ਵਲੇਸਾ ਨੇ 1976 ਦੇ ਵਿੱਚ ਵੱਧ ਤਨਖਾਹ ਵਧਾਉਣ ਨੂੰ ਲੈ ਕੇ ਵੀ ਹੜਤਾਲ ਕੀਤੀ, ਅਤੇ ਹੜਤਾਲ ਜਿਹੜੀ ਬਹੁਤ ਵੱਡੇ ਪੱਧਰ 'ਤੇ ਹੋਈ। ਜਿਹੜੇ ਹੜਤਾਲ ਕਰਨ ਵਾਲੇ ਸੀ ਉਹਨਾਂ ਨੇ ਇੱਕ ਆਪਣਾ ਆਜ਼ਾਦ ਟ੍ਰੇਡ ਸੰਘ ਬਣਾਇਆ। ਉਹਨਾਂ ਨੇ ਬਹੁਤ ਸਾਰੇ ਕੈਦੀ ਜਿਹੜੇ ਸੀ ਉਹਨਾਂ ਨੂੰ ਰਿਹਾ ਕਰਵਾਇਆ, ਕਿਉਂਕਿ ਸਰਕਾਰ ਉਹਨਾਂ ਦੇ ਅੱਗੇ ਝੁਕ ਗਈ ਸੀ। ਸਰਕਾਰ ਨੂੰ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਸੀ ਉਹ ਮੰਨਣੀਆਂ ਪਈਆਂ। ਸਰਕਾਰ ਅਤੇ ਇਹਨਾਂ ਦੇ ਵਿਚਕਾਰ ਹੜਤਾਲ ਸੰਘ ਦੇ ਵਿਚਕਾਰ ਬੇਟਾ ਬਹੁਤ ਸਾਰੇ ਕੁਝ ਸਮਝੌਤੇ ਹੋਏ, ਅਤੇ ਸਮਝੌਤੇ ਦੇ ਤਹਿਤ ਉਹਨਾਂ ਨੇ ਇੱਕ ਨਵੀਂ ਟ੍ਰੇਡ ਯੂਨੀਅਨ ਬਣਾਈ। ਠੀਕ ਹੈ, ਇਹਨਾਂ ਦੇ ਵਿੱਚ ਬਹੁਤ ਸਾਰੇ ਇਹਨਾਂ ਨੇ ਆਪਣੇ ਜਿਹੜੇ ਮੋਟਿਵ ਸੀ ਉਹ ਰੱਖੇ, ਅਤੇ ਇਸੇ ਤਰ੍ਹਾਂ ਹੀ ਬੇਟਾ ਜਿਹੜੀ ਟ੍ਰੇਡ ਯੂਨੀਅਨ ਸੀ ਇਹਨੇ ਇੱਕ ਨਵਾਂ ਸੰਘ ਬਣਾਇਆ, ਇੱਕ ਨਵੀਂ ਕਮੇਟੀ ਬਣਾਈ ਜਿਹਨੂੰ ਸੋਲੀਡਰਿਟੀ ਕਿਹਾ ਜਾਂਦਾ ਹੈ। ਅਤੇ ਇਹਨੇ ਬੇਟਾ ਸਾਲ ਦੇ ਵਿੱਚ ਬਹੁਤ ਸਾਰੀ ਪ੍ਰਸਿੱਧੀ ਪ੍ਰਾਪਤ ਕੀਤੀ। ਲਗਭਗ 1 ਕਰੋੜ ਇਹਦੇ ਮੈਂਬਰ ਬਣ ਗਏ ਇਸ ਪਾਰਟੀ ਦੇ, ਜੋ ਕਿ ਉਸ ਸਮੇਂ ਬੇਟਾ ਭ੍ਰਿਸ਼ਟਾਚਾਰ ਜਿਹੜੀ ਸਰਕਾਰ ਚੱਲਦੀ ਪਈ ਸੀ ਨਾ, ਠੀਕ ਆ, ਜਨਰਲ ਜਾਰੂਜੈਲਸਕੀ, ਉਹਦੇ ਤਹਿਤ ਬੇਟਾ ਜਿਹੜਾ ਸੀ ਸੈਨਿਕ ਸ਼ਾਸਨ ਲਾਗੂ ਸੀ 1981 ਦੇ ਵਿੱਚ, ਕਿਉਂਕਿ ਭ੍ਰਿਸ਼ਟਾਚਾਰ ਬਹੁਤ ਵੱਧ ਚੁੱਕਾ ਸੀ। ਠੀਕ ਹੈ, ਅਤੇ ਭ੍ਰਿਸ਼ਟਾਚਾਰ ਵਧਿਆ ਸੀ, ਅਤੇ ਨਾਲ ਹੀ ਉਸ ਬੰਦੇ ਨੇ ਕੀ ਕੀਤਾ, ਜਿਹੜੇ ਸੋਲੀਡਰਿਟੀ ਸੰਘ ਦੇ ਮੈਂਬਰ ਸੀ ਨਾ ਉਹਨਾਂ ਨੂੰ ਕੈਦ ਕਰਕੇ ਜੇਲ੍ਹ 'ਚ ਸੁੱਟ ਦਿੱਤਾ ਹੈ। ਅਤੇ ਜਿੱਦਾਂ ਉਹਨਾਂ ਕੋਲ ਥੋੜ੍ਹੀ ਜਿਹੀ ਆਜ਼ਾਦੀ ਹੀ ਪ੍ਰਾਪਤ ਹੋਈ ਸੀ, ਜਿਵੇਂ ਪ੍ਰੈਸ ਦੀ ਜਾਂ ਯੂਨੀਅਨ ਬਣਾਉਣ ਦੀ, ਉਹ ਉਹਨਾਂ ਤੋਂ ਖੋਲ੍ਹ ਹੀ ਗਈ। ਫਿਰ ਕੀ ਹੋਇਆ, ਸੋਲੀਡਰਿਟੀ ਸੰਘ ਨੇ ਫਿਰ ਇੱਕ ਵਾਰ ਹੜਤਾਲ ਕੀਤੀ, ਅਤੇ ਪੁਲਿਸ ਸਰਕਾਰ ਉਸ ਸਮੇਂ ਕਮਜ਼ੋਰ ਹੋਈ ਸੀ, ਖਤਮ ਹੁੰਦੀ ਜਾ ਰਹੀ, ਅਤੇ ਜਿਹਦੇ ਤਹਿਤ 1989 ਦੇ ਵਿੱਚ ਇੱਕ ਸਮਝੌਤਾ ਹੋਇਆ ਸਰਕਾਰ ਅਤੇ ਸੋਲੀਡਰਿਟੀ ਸੰਘ ਦੇ ਵਿਚਕਾਰ ਕਿ ਚੋਣਾਂ ਜਦੋਂ ਹੋਈਆਂ ਅਤੇ ਸੋਲੀਡਰਿਟੀ ਸੰਘ ਨੇ ਬੇਟਾ 100 ਸੀਟਾਂ ਸੈਨੇਟ ਦੀ ਇਲੈਕਸ਼ਨ ਦੀ ਹੋਈ ਸੀ, 100 ਸੀਟਸ ਦੇ ਉੱਤੇ ਚੋਣ ਲੜੀ ਅਤੇ 99 ਦੇ ਉੱਪਰ ਜਿੱਤ ਪ੍ਰਾਪਤ ਕੀਤੀ। ਅਤੇ ਉਸ ਸਮੇਂ ਪਹਿਲੀ ਵਾਰ ਪੋਲੈਂਡ ਦੇ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਚੋਣਾਂ ਜਿਹੜੀਆਂ ਉਹ ਹੋਈਆਂ, ਅਤੇ ਲੇਕ ਵਲੇਸਾ ਜਿਹੜਾ ਸੀ ਉਹਨੂੰ ਰਾਸ਼ਟਰਪਤੀ ਬਣਾਇਆ ਗਿਆ। ਠੀਕ ਹੈ, ਇਹ ਹੀ ਦੋ ਦੇਸ਼ਾਂ ਦੀ ਅਸਲ ਕਹਾਣੀ ਕਿ ਕਿਸ ਤਰ੍ਹਾਂ ਇਹਨਾਂ ਨੇ ਦੇਸ਼ਾਂ ਦੇ ਵਿੱਚ ਤਾਨਾਸ਼ਾਹ ਤੋਂ ਲੋਕਤੰਤਰ ਦੇ ਲਈ ਸੰਘਰਸ਼ ਕੀਤਾ ਹੈ। ਠੀਕ ਹੈ, ਅਤੇ ਇਸ ਤੋਂ ਬਾਅਦ ਅਸੀਂ ਨਾ 200 ਸਾਲ ਦੇ ਸਮੇਂ ਦੇ ਦੌਰਾਨ ਇਹ ਵੇਖਾਂਗੇ ਕਿ ਲੋਕਤੰਤਰ ਦੇ ਵਿਕਾਸ ਬਾਰੇ ਜਾਣਕਾਰੀ ਲਵਾਂਗੇ ਵੱਖ-ਵੱਖ ਦੇਸ਼ਾਂ ਤੋਂ, ਕਿ ਜਿਵੇਂ ਸਭ ਤੋਂ ਪਹਿਲਾਂ ਆਪਾਂ ਕਹਿੰਦੇ ਸੀ ਫਰਾਂਸ ਦੀ ਕ੍ਰਾਂਤੀ ਆਈ 1789 ਦੇ ਵਿੱਚ। ਠੀਕ ਹੈ, ਜਦੋਂ ਕ੍ਰਾਂਤੀ ਆਈ ਅਤੇ ਪਰ ਕ੍ਰਾਂਤੀ ਦੇ ਸਮੇਂ ਬੇਟਾ ਸਮਾਨਤਾ ਸੁਤੰਤਰਤਾ ਦੇ ਅਧਿਕਾਰ ਨੂੰ ਲੈ ਕੇ ਸੰਘਰਸ਼ ਚੱਲਿਆ ਸੀ ਅਤੇ ਜਿੱਤ ਵੀ ਹਾਸਲ ਕੀਤੀ, ਪਰ ਫਿਰ ਵੀ ਲਗਾਤਾਰ ਫਰਾਂਸ ਦੇ ਵਿੱਚ ਲੋਕਤੰਤਰ ਸਥਾਪਿਤ ਨਹੀਂ ਹੋਇਆ। 19ਵੀਂ ਸਦੀ ਦੇ ਵਿੱਚ ਜਿਹੜੇ ਹੀ ਤਾਨਾਸ਼ਾਹ ਜਿਹੜੇ ਸੀ ਬੇਟਾ ਉਹਨਾਂ ਦਾ ਰਾਜ ਸ਼ੁਰੂ ਹੋਇਆ। ਤਾਨਾਸ਼ਾਹੀ ਰਾਜ ਤੋਂ ਬਾਅਦ ਨਾ ਫਿਰ ਲੋਕਤੰਤਰ ਜਿਹੜਾ ਸੀ ਉਹ ਹੋਣਾ ਸ਼ੁਰੂ ਹੋ ਗਿਆ। ਜਿਵੇਂ ਆਪਾਂ ਹੁਣੇ ਚਿਲੀ ਦੀ ਐਗਜ਼ਾਮਪਲ ਪੜ੍ਹੀ, ਇਸੇ ਤਰ੍ਹਾਂ ਹੀ ਫਰਾਂਸ ਦੇ ਵਿੱਚ ਹੀ। ਠੀਕ ਹੈ, ਅਤੇ ਫਰਾਂਸ ਆਪਾਂ ਪਿੱਛੇ ਪੜ੍ਹਿਆ ਕਿ ਫਰਾਂਸ 'ਚ ਜਦੋਂ ਕ੍ਰਾਂਤੀ ਹੋਈ ਸੀ ਉਹਦੇ ਨਾਲ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਸੰਘਰਸ਼ ਜਿਹੜਾ ਸੀ ਵਿਰੋਧੀ ਪਾਰਟੀਆਂ ਨੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਰਾਜਤੰਤਰ ਦੇ ਖਿਲਾਫ। 18ਵੀਂ 19ਵੀਂ ਸਦੀ ਵਿੱਚ ਵੀ ਬੇਟਾ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ, ਜਿਵੇਂ ਆਪਾਂ ਪੜ੍ਹਿਆ ਕਿ ਸਾਮੰਤਵਾਦ ਹੀ ਜਾਂ ਰਾਜਤੰਤਰ ਪ੍ਰਣਾਲੀ ਸੀ, ਇਹਨਾਂ ਦੀਆਂ ਸ਼ਕਤੀਆਂ 'ਤੇ ਉੱਪਰ ਕੁਝ ਲਿਮਿਟੇਸ਼ਨ ਲਾ ਦਿੱਤੀਆਂ।
ਭਾਵ ਸ਼ਕਤੀਆਂ ਨੂੰ ਸੀਮਤ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਉੱਤਰੀ ਅਮਰੀਕਾ ਦੀ ਗੱਲ ਕਰਾਂਗੇ ਤੇ ਜਿਹੜੀ ਬ੍ਰਿਟਿਸ਼ ਕਲੋਨੀਆਂ ਸੀ ਅਮਰੀਕਾ ਦੇ ਵਿੱਚ, ਉਹਨਾਂ ਨੇ ਵੀ ਸੰਘਰਸ਼ ਕੀਤਾ ਸੀ ਤੇ 1776 ਵਿੱਚ ਉਹਨਾਂ ਨੂੰ ਬੇਟਾ ਆਜ਼ਾਦੀ ਮਿਲੀ ਤੇ ਉਹਨਾਂ ਨੇ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕੀਤੀ ਮਿਲ ਕੇ, USA ਜਿਹੜਾ ਆਪਾਂ ਕਹਿੰਦੇ ਹੁਣ। ਠੀਕ ਹੈ। ਇਸੇ ਤਰ੍ਹਾਂ ਹੀ 19ਵੀਂ ਸਦੀ ਵਿੱਚ ਬੇਟਾ 3 ਗੱਲਾਂ ਤੇ ਮੇਨ ਲੋਕਤੰਤਰ ਲਈ ਸੰਘਰਸ਼ ਰਿਹਾ। ਉਹ ਸੀ ਰਾਜਨੀਤਿਕ ਸਮਾਨਤਾ, ਆਜ਼ਾਦੀ ਤੇ ਨਿਆਂ, ਕਿ ਸਮਾਨਤਾ ਹੋਣੀ ਚਾਹੀਦੀ ਹੈ, ਵੋਟ ਪਾਉਣ ਦਾ ਅਧਿਕਾਰ ਵਗੈਰਾ, ਆਜ਼ਾਦੀ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੋਵੇ, ਨਿਆਂ ਸਭ ਨੂੰ ਇਕੁਅਲ ਮੰਨਿਆ ਜਾਂਦਾ ਹੋਵੇ। ਠੀਕ ਹੈ। ਇਸੇ ਅੰਦੋਲਨਾਂ ਦੇ ਵਿੱਚ ਹੀ ਇੱਕ ਹੋਰ ਅੰਦੋਲਨ ਨਿਕਲਿਆ ਬਾਲਗ ਨਾਗਰਿਕਾਂ ਦੇ ਵੋਟ ਦੇ ਅਧਿਕਾਰ ਨੂੰ ਲੈ ਕੇ, ਕਿ ਉਹਨਾਂ ਵਿਅਕਤੀਆਂ ਨੂੰ ਵੋਟ ਦੇ ਅਧਿਕਾਰ ਮਿਲਣੇ ਚਾਹੀਦੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ, ਉੱਪਰ ਹੋਵੇ। ਕਿਉਂ ਅੰਦੋਲਨ ਚੱਲਿਆ? ਕਿਉਂਕਿ ਬੇਟਾ ਜਦੋਂ ਲੋਕਤੰਤਰ ਦੀ ਸਥਾਪਨਾ ਤੇ ਕਰਦੇ ਸੀ ਦੇਸ਼, ਪਰ ਸਾਰੇ ਵਿਅਕਤੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ। ਠੀਕ ਹੈ। ਵੋਟ ਦਾ ਅਧਿਕਾਰ ਨਹੀਂ ਹੁੰਦਾ ਭਾਵ ਕਿ ਸਿਰਫ ਜਿਨ੍ਹਾਂ ਉਹਨਾਂ ਵਿਅਕਤੀਆਂ ਨੂੰ ਵੋਟ ਦਾ ਅਧਿਕਾਰ ਹੀ ਜਿਨ੍ਹਾਂ ਕੋਲ ਪ੍ਰੋਪਰਟੀ ਹੁੰਦੀ ਹੈ। ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਨਹੀਂ ਹੈਗਾ ਜਾਂ ਗਰੀਬ ਲੋਕਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੈਗਾ। ਇਸ ਕਰਕੇ ਵੋਟ ਦੇ ਅਧਿਕਾਰ ਦੀ ਮੰਗ ਜ਼ਿਆਦਾ ਉੱਠਣੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਨਾ ਬੇਟਾ 1965 ਦੇ ਵਿੱਚ ਜਿਹੜੇ ਕਾਲੇ ਲੋਕ ਸੀ ਜਿਹਨਾਂ ਨੂੰ ਕਹਿੰਦੇ, ਉਹਨਾਂ ਨੂੰ ਵੀ ਵੋਟ ਦਾ ਅਧਿਕਾਰ ਨਹੀਂ ਪ੍ਰਾਪਤ ਨਹੀਂ ਹੈਗਾ। ਇਸ ਤਰ੍ਹਾਂ ਮਤਲਬ ਪੂਰੇ ਦੇਸ਼ ਦੇ ਵਿੱਚ, ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਲੋਕਤੰਤਰ ਸਥਾਪਿਤ ਸੀ ਉੱਥੇ ਵੋਟ ਦੇ ਅਧਿਕਾਰ ਦੀ ਮੰਗ ਜਿਹੜੀ ਸੀ ਉਹ ਉਹਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ। ਕਹਿ ਲਓ ਕਿ ਉਹ ਕੰਟੀਨਿਊ ਚੱਲੀ ਤੇ ਬਾਅਦ ਵਿੱਚ ਹੌਲੀ ਹੌਲੀ ਇਹਨਾਂ ਨੂੰ ਜਿਹੜੀ ਹੀ ਵੋਟ ਦਾ ਅਧਿਕਾਰ ਜਿਹੜਾ ਸੀ ਉਹ ਦਿੱਤਾ ਗਿਆ ਹੈ। ਇਸੇ ਤਹਿਤ ਹੀ ਬੇਟਾ ਇੱਕ ਟੌਪਿਕ ਹੈ ਸਰਬ ਵਿਆਪਕ ਬਾਲਗ ਮਤ ਅਧਿਕਾਰ। ਦੇਖੋ ਮਤ ਆਪਾਂ ਕਹਿੰਦੇ ਵੋਟ ਨੂੰ, ਬਾਲਗ ਆਪਾਂ ਪਿੱਛੇ ਪੜ੍ਹਿਆ ਜਿਹਦੀ ਉਮਰ 18 ਸਾਲ ਤੋਂ ਉੱਪਰ ਹੋਵੇ ਜਾਂ 18 ਸਾਲ ਹੋਵੇ। ਸਰਬ ਵਿਆਪਕ ਯੂਨੀਵਰਸਲ, ਜਦੋਂ ਸਾਰੇ ਵਿਅਕਤੀਆਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਆ ਉਹਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ, ਉਹਨੂੰ ਕਹਿੰਦੇ ਸਰਬ ਵਿਆਪਕ ਬਾਲਗ ਮਤ ਅਧਿਕਾਰ। ਠੀਕ ਹੈ। 1950 ਵਿੱਚ ਇਹ ਲਾਗੂ ਹੋਇਆ ਸੀ ਇੰਡੀਆ ਦੇ ਵਿੱਚ। ਠੀਕ ਹੈ ਬੇਟਾ ਜੀ। ਇੰਨਾ ਚੈਪਟਰ ਪੜ੍ਹਾਂਗੇ, ਇੰਨੇ ਚੈਪਟਰ ਨੂੰ ਤੁਸੀਂ ਜਿਹੜੀ ਉਹ ਰੀਡਿੰਗ ਮਾਰਨੀ, ਜੇ ਕੋਈ ਕੁਐਸਚਨ ਹੋਇਆ ਤਾਂ ਮੈਨੂੰ ਪੁੱਛ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।